ਕੰਟੇਨਰ ਸਾਨੂੰ ਅੱਛਾ ਕੰਟੇਨਰਾਂ ਵਿੱਚ ਚ ਵੜ ਗਏ ਤੁਸੀਂ ਕੰਟੇਨਰਾਂ ਦੇ ਵਿੱਚ ਨਹੀਂ, ਉਹ ਜਿਵੇਂ ਜਗ੍ਹਾ ਬਣੀ ਹੁੰਦੀ ਹੈ ਨਾ ਦੋ ਡੱਬਿਆਂ ਦੇ ਵਿੱਚ। ਹਾਂਜੀ, ਇੱਕ ਇਹ ਡੱਬਾ ਹੈ, ਇੱਕ ਇਹ ਡੱਬਾ ਹਾਂ, ਹਾਂ। ਹੈ, ਵਿਚਕਾਰ ਥੋੜੀ ਜਗ੍ਹਾ ਹੁੰਦੀ ਹੈ, ਉੱਥੇ ਲਮਕ ਗਏ ਸੀ। ਮਤਲਬ ਉੱਥੇ ਮਾਮੇ ਲੱਗ ਗਏ ਪਿੱਛੇ, ਪੁਲਿਸ ਮਾਮੇ ਨੂੰ ਪਤਾ ਲੱਗ ਗਿਆ। ਆ ਉਹਨਾਂ ਨੂੰ ਸ਼ੱਕ ਪੈ ਜਾਂਦਾ, ਉਹ ਸਾਲੇ ਉਹਨਾਂ ਨੂੰ ਕੋਈ ਕੰਮ नहीं है वो। अस्सलाम वालेकुम दोस्तों, अवैस भाई की डंकी की स्टोरी की आज चौथी वीडियो रिकॉर्ड कर रहा हूँ मैं। तो आज थोड़ा सा चेंज लेके आ रहे हैं कि जो वीडियो है वो हम पंजाबी में रिकॉर्ड करेंगे, क्योंकि थोड़ी उर्दू में इनको मुश्किल आ रही थी वीडियो अपनी स्टोरी एक्सप्लेन करने में ना। तो जो हमारे ख़ान भाई हैं या जो पंजाबी को सही बोल नहीं पाते, समझ तो मेरे ख्याल में पाकिस्तान वाले और हमारे जो इंडियन भाई हैं वो सारे समझ लेते हैं। तो स्टोरी का मतलब कि ये चाहते थे कि हम ना पंजाबी में करें, तो आज इंशाल्लाह पंजाबी में अगली स्टोरी जो है वो अपलोड होगी। अच्छा, एक ज़रूरी बात करनी है अवैस भाई के हवाले से कि ये टिकटॉक पे इनका एक अकाउंट है, इनका अपना पर्सनल ना, तो उधर ये वीडियोस अपलोड करते रहते हैं। तो आप अगर टिकटॉक यूज़र है तो इनकी जो आईडी है आप फॉलो करें उसको। ये इटली के जैसी मैं वीडियोस अपलोड करता हूँ ना, ये टिकटॉक के ऊपर अपलोड करते हैं। तो आप इनको फॉलो करके इनसे मैसेज में सवाल जवाब भी पूछ सकते हैं। तो अभी जी टिकटॉक की आईडी बता दें थोड़ा सा। इजरार गुज्जर इजरार मेरा टिकटॉक की आईडी का अकाउंट है, मतलब नाम लिखा है जी, इजरार गुज्जर इजरार इनकी आईडी का नेम है। नीचे मैं मेंशन कर दूंगा और उसके बाद आपको डिस्क्रिप्शन में भी उन लिंक दे दूंगा मैं। तो अभी जी इनकी स्टोरी सुनेंगे हम यूनान से अगली। अगर आपने पहली दफ़ा ये वीडियो देख रहे हैं तो मैं आपको बताऊं कि पाकिस्तान से यूनान तक इनकी जो स्टोरी है वो रिकॉर्ड हो चुकी है, उसकी अब वो अपलोड भी कर दी है। अगर आप वो देखना चाहते हैं तो चैनल की प्लेलिस्ट पे जाके आप वो देख सकते हैं। अभी यूनान से आगे की स्टोरी इनसे सुनते हैं। लो जी अवैस भाई, ज़रा अज दसो सानू कि तुसी यूनान कितनी देर रहे हो, तो यूनान तो अगू तुहाडा किस तरह प्रोग्राम बनया, किन्ने पैसे लगे, की हिसाब है, सारा कुछ दसो सानू। ਜਿਵੇਂ ਕਿ ਮੈਂ ਯੂਨਾਨ ਆਇਆ, ਮਤਲਬ ਥੀਨੇ ਸ਼ਹਿਰ 'ਚ, ਉੱਥੋਂ ਮੇਰਾ ਇਰਾਦਾ ਬਣਿਆ, ਮਤਲਬ ਮੁੰਡੇ ਨੇ ਇੱਕ ਨੂੰ ਫੋਨ ਕੀਤਾ, ਸਹੀ ਉੱਥੋਂ ਮੇਰਾ ਰਾਬਤਾ ਕਰਾਇਆ ਉਹਨੇ ਕਿ ਜ਼ੈਤੂਨ ਦਾ ਮਤਲਬ ਸੀਜ਼ਨ ਚੱਲ ਰਿਹਾ। ਮੈਂ ਉਹਨਾਂ ਕੋਲ ਚਲਾ ਗਿਆ। ਜ਼ੈਤੂਨ ਦਾ ਸੀਜ਼ਨ ਇਹੀ ਸਨ 10ਵਾਂ 11ਵਾਂ ਮਹੀਨਾ ਸੀ, ਅਤੇ ਮੈਂ ਉਹਨਾਂ ਕੋਲ ਚਲਾ ਗਿਆ। ਮੈਂ ਲਾਇਆ ਜ਼ੈਤੂਨ ਦਾ ਸੀਜ਼ਨ ਉੱਥੇ, ਅਤੇ ਤਕਰੀਬਨ 2 ਮਹੀਨੇ ਲਾਏ, ਅਤੇ 2 ਮਹੀਨਿਆਂ 'ਚੋਂ 35 ਯੂਰੋ ਦਿਹਾੜੀ ਮਿਲਦੀ ਸੀ ਰੋਜ਼ ਦੀ। ਅੱਛਾ, ਉਹ ਹਫਤੇ ਬਾਅਦ ਦੇ ਦਿੰਦੇ ਸਨ ਪੈਸੇ। ਬਹੁਤ ਅੱਛੇ ਸਨ, ਮਤਲਬ ਨਾ ਗਰੀਕਨ। ਅਤੇ ਫਿਰ 2 ਮਹੀਨੇ ਮਤਲਬ ਜ਼ੈਤੂਨ ਦਾ ਕੰਮ ਕੀਤਾ। ਉੱਥੋਂ ਫਿਰ ਇੱਕ ਮੈਂ ਯਾਰ ਦੋਸਤ ਕੋਲ ਗਿਆ, ਉਹਦੇ ਨਾਲ ਮੇਰੀ ਗੱਲ ਹੋਈ ਉੱਥੇ ਉਸੇ ਪਿੰਡ 'ਚ ਇਹਨਾਂ ਨਾਲ ਦੀ ਜਗ੍ਹਾ 'ਤੇ। ਅਤੇ ਉੱਥੇ ਮੈਂ ਗਿਆ ਅਤੇ ਮੈਂ ਜਾ ਕੇ ਨਿਜ਼ਾਮ ਵੇਖਿਆ, ਨਾ ਉੱਥੇ ਬਿਜਲੀ ਸੀ ਘਰ 'ਚ, ਨਾ ਹਾਂਜੀ ਯੂਨਾਨ 'ਚ ਨਾ ਘਰ 'ਚ ਬਿਜਲੀ ਸੀ, ਨਾ ਕੋਈ ਪਾਣੀ ਵਾਲਾ ਪੀਣ ਵਾਲਾ ਸਿਸਟਮ ਸੀ। ਉਹ ਜਿਹੜਾ ਨਹਾਈ ਦਾ ਕੂਆ ਵੇਖਿਆ ਹੋਣਾ, ਖੂਹ 'ਚੋਂ ਕੱਢ ਕੇ ਪਾਣੀ ਬਾਲਟੀ ਸੁੱਟ ਕੇ ਕੱਢ ਕੇ ਪਾਣੀ ਉਹਦੇ ਨਾਲ ਨਹਾਈ ਦਾ ਸੀ। ਮੈਂ ਕੱਢੇ ਨੇ ਔਖੇ 10 ਤੋਂ 12 ਦਿਨ ਮੈਂ ਬਹੁਤ ਹੀ ਜ਼ਿਆਦਾ ਔਖੇ ਕੱਢੇ ਨੇ। ਉਹ ਤਾਂ ਕਿਤੇ ਫਿਰ ਇਲਾਕਾ ਗੈਰ 'ਚ ਨਿਕਲ ਗਿਆ। ਇਲਾਕਾ ਗੈਰ ਹੈ ਹੀ ਸੀ ਉਹ। ਮੈਂ ਕਹਿੰਦਾ ਦੂਸਰੇ ਦਿਨ ਪੁਲਿਸ ਆਈ ਹੁੰਦੀ ਸੀ ਉੱਥੇ। ਪਿੰਡ ਸੀ ਉਹ ਕੋਈ ਜਿੱਥੇ ਰਹਿੰਦੇ? ਪਿੰਡ ਨਹੀਂ ਸੀ, ਮਤਲਬ ਡੇਰਾ ਸੀ। ਮੋਬਾਇਲ ਅਸੀਂ ਚਾਰਜ 'ਤੇ ਲਾਉਣ ਵਾਸਤੇ ਜਿੱਥੇ ਅਸੀਂ ਕੰਮ ਕਰਨੇ ਸਾਂ ਨਾ, ਉੱਥੇ ਚਾਰਜ 'ਤੇ ਲਾ ਕੇ ਆਈਦਾ ਸੀ। ਉੱਥੋਂ ਫਿਰ ਡਰ ਚੁੱਕਣ ਦਾ ਵੀ ਖਤਰਾ ਹੁੰਦਾ ਸੀ। ਉੱਥੋਂ ਤੁਹਾਨੂੰ ਘਰ ਜਿਹੜਾ ਸੀ, ਜਿਹੜਾ ਦੱਸਦੇ ਪਏ ਉਹ ਜਿਹੜਾ ਉੱਥੋਂ ਦਾ ਜ਼ੈਤੂਨ ਵਾਲਾ ਬਾਗ ਦਾ ਮਾਲਕ ਸੀ, ਉਹਨੇ ਦਿੱਤਾ ਹੋਇਆ ਸੀ? ਨਹੀਂ, ਉਹ ਜਿਹੜਾ ਜ਼ੈਤੂਨ ਦੇ ਮਾਲਕ ਨੇ ਦਿੱਤਾ ਸੀ ਨਾ ਘਰ ਸਾਨੂੰ, ਉਹ ਤੇ ਬੜਾ VIP ਸੀ, ਤੁਹਾਨੂੰ ਪਤਾ ਗੋਰਿਆਂ ਦਾ ਸੀ। ਉਹ ਜਿਹੜਾ ਬਕਾਰ ਘਰ ਪਿਆ ਸੀ, ਉਹਦੇ ਵਿੱਚ ਆਵਾਮ ਨੇ ਸਪੀਤੀ ਬਣਾ ਲਈ ਸੀ। 10-12 ਜੀ ਰਹਿੰਦੇ ਸਾਂ। ਉਹਦਾ ਕਿਰਾਇਆ ਦਿੰਦੇ? ਕੋਈ ਕਿਰਾਇਆ ਨਹੀਂ ਹੈ, ਮਤਲਬ ਠੀਕ ਹੈ। ਫਿਰ ਜਿਸ ਕਿਰਾਇਆ ਨਹੀਂ ਦਿੰਦੇ ਤਾਂ ਫਿਰ ਇਸ ਤਰ੍ਹਾਂ ਦੀ ਘਰ ਬਣਾਈ ਨਾ। ਨਹੀਂ, ਸਾਡੇ ਕੋਲੋਂ ਤੇ ਉਹਨੇ ਲੈਣਾ ਨਾ ਕਿਰਾਇਆ, ਜਿਹੜਾ ਠੇਕੇਦਾਰ ਸੀ। ਉਹਦੇ ਨਾਲ ਮਤਲਬ ਮੈਂ 10 ਤੋਂ 12 ਦਿਨ ਬੜੇ ਔਖੇ ਕੱਢੇ। 8-10 ਦਿਨ ਮੈਂ ਕੰਮ ਤੇ ਗਿਆ। 15 ਮੇਰਾ 100 ਯੂਰੋ ਨਹੀਂ ਬਚਿਆ ਖਾ ਪੀ ਕੇ। 100 ਯੂਰੋ 'ਚੋਂ ਵੀ ਆਉਂਦਿਆਂ ਹੁਣ ਮੈਂ ਥੀਨੇ ਆਇਆ ਨਾ ਵਾਪਸੀ, ਮੈਂ ਆਪਣੇ ਮਸੇਰ ਨਾਲ ਰਾਬਤਾ ਕੀਤਾ।
ਉਹ ਫੈਕਟਰੀ ਦਾ ਫੋਰਮੈਨ ਸੀ, ਮਤਲਬ ਇੱਥੇ ਕੇਕ ਵਗੈਰਾ ਬਣਦੇ ਨੇ। ਹੂੰ ਉਹਦੇ ਨਾਲ ਮੈਂ ਰਾਬਤਾ ਕੀਤਾ, ਉਹਨੇ ਕਿਹਾ ਟੈਨਸ਼ਨ ਨਹੀਂ, ਆ ਜਾ ਤੂੰ, ਕੰਮ ਹੈ। ਅੱਛਾ ਤੇ ਮੈਂ ਜਦੋਂ ਹਿਸਾਬ ਹੁਣ ਤੇ ਆਇਆ, ਮੈਂ ਥੀਨੇ ਪਹੁੰਚਿਆ, ਮੇਰੇ ਕੋਲ 20-25 ਯੂਰੋ ਬਚੇ। 10-15 ਦਿਨ ਮੈਂ ਜ਼ਾਇਆ ਵੀ ਕੀਤੇ। ਫਿਰ ਉੱਥੋਂ ਮਤਲਬ ਥੋੜਾ ਨਾ ਕੈਮਰੇ ਵਾਲ ਥੋੜਾ ਜਿਹਾ ਵੇਖੋਗੇ ਫਿਰ ਸਾਰਾ ਅੱਛਾ ਹੋ ਜਾਏਗਾ। ਤੇ ਅੱਛਾ ਫਿਰ ਮੈਂ ਆਪਣਾ ਤਕਰੀਬਨ ਉੱਥੇ ਕੰਮ ਕੀਤਾ 4-5 ਮਹੀਨੇ ਕੇਕਾਂ ਦਾ ਹੀ ਫੈਕਟਰੀ 'ਚ। ਤੇ ਅਚਾਨਕ ਹੀ ਮੇਰਾ ਜ਼ੇਨ ਬਣਿਆ, ਮੈਂ ਕਿਹਾ ਮੈਂ ਕਾਰਟ ਬਣਵਾਵਾਂ, ਯੂਨਾਨ 'ਚ ਚੱਲਦਾ ਵਾਈਟ ਕਾਰਟ, ਪਹਿਲੇ ਬਲੂ ਸੀ ਹੁਣ ਵਾਈਟ ਹੋ ਗਿਆ। ਅੱਛਾ ਅੱਛਾ। ਤੇ ਮੈਂ ਮੁੰਡੇ ਨੂੰ ਮਤਲਬ ਸਲਾਹ ਬਣਾਈ ਹੈ ਤੇ ਮੈਂ ਫੋਰਮੈਨ ਨਾਲ ਗੱਲ ਕੀਤੀ, ਮੈਂ ਕਿਹਾ ਮੈਂ ਸਵੇਰ ਕਾਰਟ ਬਣਵਾ ਜਾਣਾ, ਮੈਂ ਛੁੱਟੀ ਚਾਹੀਦੀ ਹੈ। ਉਹਨੇ ਕਿਹਾ ਯਾਰ ਕੰਮ ਬੜਾ ਹੈ ਤੇ ਛੁੱਟੀ ਨਹੀਂ ਮਿਲ ਸਕਦੀ। ਮੈਂ ਕੰਮ ਤੇ ਪਹੁੰਚਿਆ, ਮੈਂ 6 ਵਜੇ ਚੱਲ ਜਾਣਾ ਸਾਂ, ਉਹਨੇ 7 ਵਜੇ ਮੈਨੂੰ ਛੁੱਟੀ ਦੇ ਦਿੱਤੀ। ਉਹਨੇ ਕਿਹਾ ਚੱਲ ਲਗਾ ਜਾ ਤੇ ਕੱਲ ਨੂੰ ਛੁੱਟੀ ਕੋਈ ਨਹੀਂ ਮਿਲਣੀ ਹੈ, ਅੱਜ ਟੁਰ ਜਾ। ਮੈਂ ਚਲਾ ਗਿਆ, ਮੈਂ ਗਿਆ ਤੇ ਨਾਲ ਮੈਂ ਮੁੰਡੇ ਨੂੰ ਇੱਕ ਹੋਰ ਨੂੰ ਲੈ ਗਿਆ, ਨਾਲ ਕੰਮ ਕਰਦਾ ਸੀ। ਉਹਨੇ ਮੈਨੂੰ ਇੰਨਾ ਪ੍ਰੋਟੋਕੋਲ ਦਿੱਤਾ ਨਾ, ਉਹ ਵੀ ਆ ਗਿਆ ਮੇਰੇ ਨਾਲ ਹੀ। ਮਤਲਬ ਕਹਿੰਦਾ ਯਾਰ ਇੱਥੇ 2 ਰੁਪਏ ਘੰਟਾ ਹੈ, ਅਸੀਂ 17 18 ਘੰਟੇ ਡਿਊਟੀ ਕਰਨੇ ਆ, ਬਚਦਾ ਮਾਰ ਕੇ 300-400 ਯੂਰੋ। ਉਹਨੇ ਕਿਹਾ ਕਿ ਮਤਲਬ ਨਾ ਉੱਥੇ 7 ਰੁਪਏ 8 ਰੁਪਏ ਘੰਟਾ 10 ਰੁਪਏ ਘੰਟਾ ਲੱਭਦਾ। ਕਿੱਥੇ? ਇਟਲੀ 'ਚ। ਅੱਛਾ ਅੱਛਾ ਅੱਛਾ। ਉਹਨੇ ਮਤਲਬ ਇਟਲੀ ਦਾ ਦੱਸਿਆ ਕਿ ਇਟਲੀ 'ਚ ਬੜਾ ਪ੍ਰੋਟੋਕੋਲ ਉਹਨੇ ਦਿੱਤਾ, ਕਹਿੰਦਾ ਮਤਲਬ ਇੱਕ ਪੇਪਰਾਂ ਦਾ ਆਸਾਨੀ ਹੋ ਜਾਏਗੀ ਇਹ ਤੇ ਉਹ। ਮੈਂ ਆਖਰ ਨਾ ਮੇਰਾ ਜ਼ੇਨ ਪਲਟ ਗਿਆ। ਉਸ ਟਾਈਮ ਮੇਰਾ ਛੋਟਾ ਭਰਾ ਵੀ ਉੱਥੇ ਆ ਰਿਹਾ ਸੀ ਤੁਰਕੀ। ਅੱਛਾ। ਉਹ ਵੀ ਡੰਕੀ ਤੇ ਨਿਕਲ ਆਇਆ ਸੀ? ਸਾਨੂੰ ਵੀ ਨਹੀਂ ਸੀ ਪਤਾ ਹੈਗਾ, ਉਹ ਵੀ ਮਤਲਬ ਪਹੁੰਚ ਗਿਆ ਸੀ ਜਿਹਨਾਂ ਉੱਥੇ ਤੁਰਕੀ ਪਹੁੰਚ ਗਿਆ ਵੀ ਪਿੱਛੇ ਜੀ। ਵਾਹ ਜੀ ਵਾਹ। ਤੇ ਉਹ ਫਿਰ ਮੈਂ ਆਪਣੇ ਘਰਦਿਆਂ ਨਾਲ ਗੱਲ ਕੀਤੀ, ਮੇਰਾ ਭਰਾ ਤਾਂ ਪਹਿਲੇ ਮੰਨੇ ਨਾ, ਕਹਿੰਦਾ ਅੱਬੂ ਆਪਣੇ ਨੂੰ ਮਨਾ ਲੈ, ਮਤਲਬ ਮੈਂ ਕਿਹਾ ਠੀਕ ਹੈ, ਮੈਂ ਅੱਬੂ ਆਪਣੇ ਨੂੰ ਮਨਾ ਲੈਣਾ। ਮੈਂ ਅੱਬੂ ਨਾਲ ਗੱਲ ਕੀਤੀ, ਉਹ ਕਹਿੰਦਾ ਪੁੱਤਰਾ ਜਿਵੇਂ ਤੂੰ ਕਰੇਂਗਾ ਚੰਗਾ ਹੀ ਕਰੇਂਗਾ, ਚਲੋ ਅਸੀਂ ਤੇ ਇਹ ਭਰੇ ਨੇ ਉਹ ਵੀ ਭਰ ਦਾਂਗੇ। ਮੈਂ ਕਿਹਾ ਚਲੋ ਸਹੀ ਹੈ। ਲੇਕਿਨ ਮੈਂ ਇਤਨੇ ਪੈਸੇ ਕਮਾ ਲਏ ਸਨ ਕਿ ਮੈਂ ਜਿਹੜਾ ਨਾ ਅੱਗੇ ਆਸਾਨੀ ਚਲਾ ਜਾਵਾਂ। ਕਿੰਨੇ ਮਹੀਨੇ ਕੰਮ ਕੀਤਾ ਉੱਥੇ ਜਿਹੜੀ? ਮੈਂ 6-7 ਮਹੀਨੇ ਕੰਮ 4 ਮਹੀਨੇ ਬੈਕਰੀ 'ਚ ਕੰਮ ਕੀਤਾ। ਤੇ ਕਿੰਨੇ ਪੈਸੇ ਮਿਲਦੇ ਹਨ ਮਹੀਨੇ ਦੇ? ਮਹੀਨੇ ਦੇ ਤਕਰੀਬਨ ਪਹਿਲੇ ਮਹੀਨੇ 15 ਦਿਨ, ਜਿਹੜਾ ਪਹਿਲਾ ਮਹੀਨਾ ਲਾਇਆ ਨਾ, 15 ਦਿਨ ਦੇ ਥੱਲੇ ਰਹਿੰਦੇ ਸਨ ਪੈਸੇ, ਤੇ 15 ਦਿਨ ਦੇ ਮੈਨੂੰ ਮਿਲੇ ਤਕਰੀਬਨ ਪਾਕਿਸਤਾਨੀ ਮਿਲਿਆ ਮੈਨੂੰ 40-42 ਹਜ਼ਾਰ ਰੁਪਇਆ। ਮਤਲਬ ਕਿ 85,000 ਰੁਪਇਆ ਤੁਸੀਂ ਕਮਾ ਲੈਂਦੇ ਹੋ ਮਹੀਨੇ ਦਾ ਉੱਥੇ? ਹਾਂ ਇੰਨਾ ਖਰਚਾ ਕੱਢ ਕੇ ਕਿ ਖਰਚਾ ਪਾ ਕੇ? ਨਹੀਂ ਖਰਚਾ ਕੱਢ ਕੇ, ਜਿਹੜਾ ਨਾ ਖਰਚਾ ਫੋਰਮੈਨ ਸੀ ਨਾ ਉਹਦਾ ਆਪਣਾ ਹੀ ਘਰ ਸੀ, ਉਹਦੇ ਆਪਣੇ ਘਰ ਚੋਂ ਹੀ ਅਸੀਂ ਫੈਕਟਰੀ 'ਚ ਜਾਂਦੇ ਸਾਂ, ਸਾਰੇ ਇੱਕੋ ਫੈਕਟਰੀ 'ਚ ਜਾਂਦੇ। ਮੇਰੇ ਕਹਿਣ ਦਾ ਮਤਲਬ ਹੈ ਕਿਰਾਇਆ ਸ਼ਰਾ ਦਿੰਦੇ ਹੋ, ਰੋਟੀ ਛੋਟੀ ਦਾ? ਬਿਲਕੁਲ, ਉਹ ਤੇ ਉਹ ਵਿੱਚੋਂ ਹੀ ਕੱਟੇ ਜਾਂਦੇ ਸਨ। ਫਿਰ ਵੀ ਬਚੂ ਕੇ ਕਰ ਕੇ ਸਾਰਾ ਤੇ ਮਤਲਬ 80-85 ਹਜ਼ਾਰ ਬਚਦਾ ਸੀ? ਬਚਦਾ ਸੀ, ਇਤਨਾ ਕੁ ਬਚਦਾ। ਠੀਕ ਹੋ ਗਿਆ। ਫਿਰ ਅੱਗੇ ਆਪਣਾ ਫਿਰ ਅਗਲੇ ਮਤਲਬ ਪੈਸੇ ਮੈਂ ਇਤਨੇ ਕਰਤੇ ਸਨ, ਮੈਂ ਕਿਹਾ ਚਲੋ ਮੇਰੇ ਪਿੱਛੇ ਕੋਈ ਭਰ ਵੀ ਦੇਣਗੇ, ਕੋਈ ਰੁਪਿਆ 2000 ਮੈਂ ਕਰ ਆਇਆ। ਬੜੀ ਕਿਸਮਤ ਵਾਲੀ ਗੱਲ ਹੈ, ਜਾਂ ਪਤਾ ਨਹੀਂ ਬੇਕਰੀ ਦਾ ਕੰਮ ਜਾਣਨਾ ਹੈ ਤਾਂ ਕੰਮ ਲੱਭ ਗਿਆ, ਨਹੀਂ ਤੇ ਯੂਨਾਨ ਦੇ ਕੰਮ ਲੱਭਦਾ ਨਹੀਂ ਹੈ। ਬੜੇ ਹਾਲਾਤ ਨੇ ਉਸ ਤਰ੍ਹਾਂ ਦੇ। ਯੂਨਾਨ ਮੈਂ ਵਾਕਈ ਵੇਖਿਆ, ਲੇਕਿਨ ਮੈਂ ਇਤਨਾ ਹੀ ਕਹਿਣਾ ਕਿ ਕੰਮ ਕਰਨ ਵਾਲਾ ਹੋਣਾ ਚਾਹੀਦਾ। ਕੰਮ ਬਥੇਰੇ। ਅੱਲਾਹ ਪਾਕ ਦਾ ਲੱਖ ਸ਼ੁਕਰ ਹੈ ਕਿ ਮੈਂ ਜਿੱਥੇ ਵੀ ਗਿਆ ਨਾ ਮੈਨੂੰ ਨਹੀਂ ਟੈਨਸ਼ਨ ਆਈ। ਨਹੀਂ ਤੇ ਤੁਹਾਨੂੰ ਇੱਥੇ ਵੀ ਕੰਮ ਲੱਭ ਜਾਏਗਾ, ਟੈਨਸ਼ਨ ਨਹੀਂ। ਦੋਸਤੋ ਇਹ ਨਵਾਂ ਆਇਆ ਕੰਮ ਦੀ ਤੇ ਇੱਥੇ ਟੈਨਸ਼ਨ ਨਹੀਂ ਹੈ। ਕੰਮ ਤੇ ਮੈਨੂੰ ਪਤਾ ਨਹੀਂ ਕਿਤਨੇ ਕੁ ਆਵਾਮ ਸਾਡੇ ਘਰ ਆਉਂਦੀ ਹੈ, ਯਾਰ ਸਾਡੇ ਨਾਲ ਕਨੈਕਟ ਕਰ, ਸਾਡੇ ਨਾਲ ਆਪਣਾ ਸਜੋਰ ਕਨੈਕਟ ਕਰੀ। ਮੈਂ ਹਾਲੇ ਹਾਮੀ ਨਹੀਂ ਭਰਦਾ। ਦੋਸਤੋ ਇੱਥੇ ਜਿਹੜੀ ਸਾਈਡ ਜਿਹੜੇ ਸ਼ਹਿਰ 'ਚ ਅਸੀਂ ਰਹਿੰਦੇ ਹਾਂ ਨਾ, ਪੁਰਦਨੋਨੇ 'ਚ, ਇੱਥੇ ਅੰਗੂਰਾਂ ਦੇ ਬਹੁਤ ਸਾਰੇ ਬਾਗ ਨੇ ਨਾ। ਮੈਂ ਅਕਸਰ ਵੀਡੀਓਜ਼ ਦੇ ਵਿੱਚ ਵੀ ਬਹਾਨਾ ਵਾ, ਤੇ ਸਾਡੇ ਜਿਹੜੇ ਪਾਕਿਸਤਾਨੀ ਇੰਡੀਅਨ ਭਰਾ ਨੇ ਨਾ, ਉਹ ਠੇਕੇਦਾਰ ਵੀ ਬਣੇ ਹੋਏ ਨੇ ਕੁਛ ਨਾ। ਬਿਲਕੁਲ। ਤੇ ਉਹ ਫਿਰ ਜਿਸ ਤਰ੍ਹਾਂ ਨਵਾਂ ਕੋਈ ਬੰਦਾ ਆਉਂਦਾ, ਜਿਸ ਤਰ੍ਹਾਂ ਵੈਸ ਬਾਈ ਹੈ ਜਾਂ ਹੋਰ ਆਉਂਦੇ ਨੇ, ਜਾਂ ਕੁਝ ਜਿਹੜੇ ਪੁਰਾਣੇ ਨੇ ਜਿਨ੍ਹਾਂ ਕੋਲ ਕੰਮ ਨਹੀਂ ਹੈ, ਉਹ ਫਿਰ ਆਪਣੇ ਨਾਲ ਉਹਨਾਂ ਨੂੰ ਲੈ ਜਾਂਦੇ ਨੇ। ਤੇ ਕੰਮ ਦੀ ਇੱਥੇ ਟੈਨਸ਼ਨ ਨਹੀਂ ਹੁੰਦੀ। ਬਿਲਕੁਲ ਨਹੀਂ, ਕੰਮ ਲੱਭਦਾ। ਹਾਂ ਇਹ ਗੱਲ ਹੈ, ਤੁਹਾਨੂੰ ਪੈਸੇ ਥੋੜੇ ਘੱਟ ਦਿੰਦੇ ਨੇ ਪਾਕਿਸਤਾਨੀ, ਪਰ ਇੱਥੇ ਵਿਹਲਾ ਬੰਦਾ ਕੋਈ ਨਹੀਂ ਹੈ ਇਸ ਸ਼ਹਿਰ ਵਿੱਚ। ਕੋਈ ਵਿਹਲਾ ਬੰਦਾ ਨਹੀਂ। ਆਲੇ ਦੁਆਲੇ ਵੀ ਜਿੰਨੇ ਵੀ ਸ਼ਹਿਰ ਨੇ, ਜਾਂ ਤੁਸੀਂ ਇਟਲੀ ਦੀ ਗੱਲ ਕਰ ਲਓ, ਅਗਰ ਬੰਦਾ ਕੰਮ ਕਰਨ ਵਾਲਾ ਹੋਏ ਨਾ, ਉਹ ਕੰਮ ਨਾ ਲੱਭੇ ਨਾ, ਆਪਣੇ ਪਾਕਿਸਤਾਨੀ ਲੈ ਜਾਂਦੇ ਨੇ ਕੰਮ ਤੇ ਉਹਨੂੰ। ਤੇ ਹਾਂਜੀ ਤੁਸੀਂ ਪਹਿਲੇ ਵੀ ਗੱਲ ਦੱਸੀਏ ਕਿ ਕੰਮ ਕਰਨ ਵਾਲਾ ਹੋਣਾ ਚਾਹੀਦਾ ਯੂਨਾਨ 'ਚ ਵੀ। ਬਿਲਕੁਲ ਬਿਲਕੁਲ।
ਇੱਥੇ ਵੀ ਇਹ ਨਿਜ਼ਾਮ ਹੈ ਕਿ ਜਿੱਥੇ ਮਰਜ਼ੀ ਚਲੇ ਜਾਓ ਤੁਸੀਂ, ਭਾਵੇਂ ਅਮਰੀਕਾ ਕੈਨੇਡਾ ਜਿੱਥੇ ਵੀ ਚਲੇ ਜਾਓ, ਕੰਮ ਕਰਨਾ ਤੇ ਲੈਣਾ ਜੇ, ਉਂਝ ਨਹੀਂ। ਅੱਛਾ ਫਿਰ ਜੀ ਕੀ ਪ੍ਰੋਗਰਾਮ ਬਣਿਆ ਉਹ ਦੱਸੋ। ਆਪਣਾ ਉਹਨੇ ਮੈਨੂੰ ਮਤਲਬ ਨਾ ਵਾਹ ਕਹਾਣੀ ਪਾਈ, ਜਿਵੇਂ ਕਿ ਮੈਂ ਮੁਤਮਿਨ ਹੋ ਗਿਆ। ਮੈਂ ਕਿਹਾ ਸ਼ਾਮ ਨੂੰ ਅਸੀਂ ਘਰ ਗਏ ਆ ਤੇ ਕਿਸੇ ਬੰਦੇ ਨੂੰ ਨਹੀਂ ਪਤਾ, ਇਹ ਉਹਨਾਂ ਨੂੰ ਪਤਾ ਸੀ ਇਹ 4 ਜਣਿਆਂ ਨੇ ਜਾਣਾ, ਮੇਰਾ ਕਿਸੇ ਨੂੰ ਨਹੀਂ ਸੀ ਪਤਾ। ਅੱਛਾ ਉਹ ਮੈਨੂੰ ਤਨਖਾਹ ਮਿਲੀ ਹੈ ਨਾ, ਮੈਂ ਜੇਬ 'ਚ ਪਾਏ 400 ਯੂਰੋ ਤੇ ਮੈਂ ਵੀ ਅਗਲੇ ਦਿਨ ਉਹਨੇ ਕਿਹਾ ਕੰਮ ਤੇ ਮੇਰੇ ਨਾਲ ਜਾਣਾ 4 ਵਜੇ। ਮੈਂ ਕਿਹਾ ਮੈਂ ਸਵੇਰ ਛੁੱਟੀ ਕਰਨੀ ਹੈ। ਉਹਨੇ ਕਿਹਾ ਵਜ੍ਹਾ, ਉਹ ਮੈਨੂੰ ਕਰਨ ਨਹੀਂ ਸੀ ਦਿੰਦਾ ਨਾ ਛੁੱਟੀ। ਮਤਲਬ ਸਵੇਰ 4 ਵਜੇ ਕੰਮ ਸਟਾਰਟ ਕਰਦੇ ਸੋ? ਹਾਂਜੀ ਉੱਥੇ ਮਤਲਬ ਮੈਂ ਬੇਕਰੀ ਦਾ ਕੰਮ ਜ਼ਰਾ ਜਲਦੀ ਹੁੰਦਾ ਸਟਾਰਟ ਨਾ। ਹਾਂਜੀ ਅੱਛਾ। ਤੇ ਫਿਰ ਮੈਂ ਉਸ ਹਿਸਾਬ ਨਾਲ ਟਾਈਮ ਨਾਲ ਆ ਜਾਂਦਾ ਸੀ ਨਾ, 5-6 ਵਜੇ 7 ਵਜੇ। ਤੇ ਮੈਂ ਕਿਹਾ ਮੈਂ ਕੰਮ ਤੇ ਨਹੀਂ ਜਾਣਾ ਤੇ ਉਹ ਕਹਿੰਦਾ ਵਜ੍ਹਾ, ਉਹਨੂੰ ਫਿਰ ਮਹਿਸੂਸ ਹੋ ਗਿਆ। ਫਿਰ ਮੇਰੇ ਨਾਲ ਦੇ ਨੇ ਇੱਕ ਮੁੰਡੇ ਨੂੰ ਦੱਸਿਆ, ਉਹਨੇ ਅੱਗੇ ਫੋਰਮੈਨ ਨੂੰ ਦੱਸਤਾ, ਇਹ ਵੀ ਤਿਆਰ ਹੋਇਆ ਇਹਨਾਂ ਦੇ ਨਾਲ ਜਾਣ ਵਾਸਤੇ। ਤੇ ਮੈਨੂੰ ਕਹਿੰਦਾ ਤੂੰ ਜਾਣਾ, ਮੈਂ ਪੈਸੇ ਲੈ ਲਏ ਸਾਂ। ਮੈਂ ਕਿਹਾ ਮੈਂ ਤਾਂ ਜਾਣਾ ਹੁਣ। ਮੈਂ ਹਾਲਾਂਕਿ ਮੇਰਾ 60-70 ਹਜ਼ਾਰ ਰੁਪਇਆ ਉਹਦੇ ਕੋਲ ਹੈ, ਮੈਂ ਇੱਕ ਵਾਰੀ ਵੀ ਨਹੀਂ ਫੋਨ ਕਰਕੇ ਉਹਨੂੰ ਕਿਹਾ ਕਿ ਮੈਨੂੰ ਵਾਪਸ ਕਰ। ਅੱਛਾ ਮਤਲਬ ਕਿ ਮੈਨੂੰ ਉਹ ਜਿਹੜੇ ਤੂੰ ਥੱਲੇ ਰੱਖੇ ਸਨ ਪੈਸੇ ਮਹੀਨੇ ਦੇ ਪੂਰੇ ਤੇ ਕਿ ਮੈਨੂੰ ਦੇ, ਮੈਂ ਨਹੀਂ ਉਹਨੂੰ ਕਿਹਾ ਫੋਨ ਕਰਕੇ ਇੱਕ ਵਾਰੀ ਵੀ। ਤੇ ਉੱਥੋਂ ਅਸੀਂ ਨਿਕਲੇ ਆ, ਉੱਥੋਂ ਲਾਰੀ ਸੇ ਗਏ ਆ ਸਟੇਸ਼ਨ ਤੇ। ਅੱਛਾ ਉੱਥੋਂ ਟਿਕਟਾਂ ਲਈਆਂ ਨੇ, ਟਿਕਟਾਂ ਲੈ ਕੇ ਤੇ ਬਹਿ ਗਏ ਆ ਸਲੋਨੀਕੀ ਆਉਣ ਵਾਸਤੇ। ਕਾਹਦੀਆਂ ਲਈਆਂ, ਬੱਸ ਦੀਆਂ ਜਾਂ ਟ੍ਰੇਨ ਦੀਆਂ? ਅੱਛਾ ਟ੍ਰੇਨ ਦੀਆਂ। ਟ੍ਰੇਨ 'ਚ ਮਤਲਬ ਆਸਾਨੀ ਨਾਲ ਆ ਗਏ ਸਾਂ। ਫਿਰ ਅੱਗੇ ਰਾਬਤਾ ਹੋਇਆ। ਫਿਰ ਸਲੋਨੀਕੀ ਆਏ ਤੁਸੀਂ? ਹੈ ਫਿਰ ਸਲੋਨੀਕੀ ਤੋਂ ਹੀ ਨਿਕਲਣਾ ਸੀ ਨਾ। ਅੱਛਾ ਅੱਛਾ। ਤੇ ਕਿੰਨੇ ਬੰਦੇ ਹੋ? ਅਸੀਂ 5 ਹੋ ਗਏ ਸਾਂ, ਮਤਲਬ 3 ਅਸੀਂ ਇੱਕ ਪਿੰਡ ਦੇ ਦੱਸੋ ਨਾ ਉੱਥੋਂ ਮਤਲਬ ਕਿੱਥੋਂ ਤੱਕ ਦੀ ਗੇਮ ਸੀ, ਕਿੰਨੇ ਪੈਸੇ ਸਨ, ਇਹ ਤੇ ਦੱਸੋ ਨਾ। ਬੁਕਿੰਗ ਅਸੀਂ ਸਲੋਨੀਕੀ ਆ ਕੇ ਕੀਤੀ ਹੈ ਨਾ ਏਜੰਟ ਨਾਲ। ਸਹੀ ਹੋ ਗਿਆ, ਠੀਕ ਹੈ। ਤੇ ਉੱਥੇ ਸਲੋਨੀਕੀ ਆਏ ਆ, ਮਤਲਬ ਪਹਿਲੇ ਰਾਬਤਾ ਕਰ ਲਿਆ ਸੀ। ਉਹਨੇ ਕਿਹਾ ਮੁੰਡਾ ਤੁਹਾਨੂੰ ਲੈ ਲੇਗਾ ਸਟੇਸ਼ਨ ਤੋਂ, ਟੈਨਸ਼ਨ ਨਹੀਂ ਆ। ਉਸ ਟਾਈਮ ਬੜੀ ਸਖਤੀ ਹੋਈ ਸੀ ਨਾ, ਤੁਰਕੀ ਰਿਪੋਰਟ ਕਰ ਰਹੇ ਸਨ। ਤਕਰੀਬਨ 3-4 ਮਹੀਨੇ ਦੀ ਗੱਲ ਹੈ। ਐਸੇ ਸਾਲ ਦੀ? ਹਾਂਜੀ 2021 ਦੇ ਮਤਲਬ ਮਾਰਚ ਅਪ੍ਰੈਲ। ਅੱਛਾ ਬਿਲਕੁਲ। ਤੇ ਉਹਨੇ ਕਿਹਾ ਮੈਂ ਲੈ ਲਾਂਗਾ, ਟੈਨਸ਼ਨ ਨਹੀਂ ਆ, ਤੂੰ ਆ ਜਾ। ਤੇ ਅਸੀਂ ਗਏ ਆ ਸਟੇਸ਼ਨ ਤੋਂ, ਲੱਥੇ ਆ, ਨਾਲ ਹੀ ਉਹ ਬੰਦਾ ਬਾਹਰ ਖਲੋਤਾ ਸੀ, ਮਤਲਬ ਸਟੇਸ਼ਨ ਦੇ ਬਿਲਕੁਲ ਬਾਹਰ ਨਾ। ਤੇ ਸਾਨੂੰ ਲੈ ਗਿਆ ਹੋਟਲ ਤੇ। ਉਹਨੇ ਮਤਲਬ ਰੋਟੀ ਛੋਟੀ ਸਾਨੂੰ ਖਵਾਈਏ ਤੇ ਘਰ 'ਚ ਲੈ ਗਿਆ। ਘਰ ਬੇਹਾਲਾ ਜਿਹੀ ਸੀ, ਹਾਲਾਂਕਿ ਸ਼ਹਿਰ 'ਚ ਸੀ। ਮਤਲਬ ਸਫਾਈ ਉੱਥੇ ਇੰਨੇ ਜੀ ਨਹੀਂ ਸੀ ਆਉਂਦੇ ਆ, ਸਿਰਫ ਡਿੰਕੀ ਵਾਲੇ ਰੱਖਦੇ ਸਨ ਜਿਹੜੇ ਪਿੱਛੋਂ ਆ ਗਏ, ਜਿੰਨਾ ਅੱਗੇ ਜਾਣਾ। ਉੱਥੇ ਅਸੀਂ ਮਤਲਬ ਰਾਤ ਕੱਢੀਏ। ਉਹਨੇ ਸਮਾਨ ਮਾਰਕੀਟ ਪਵਾਤੀ ਬੈਗ 'ਚ, ਮਤਲਬ ਡੰਕੀ ਦੇ ਵਿੱਚ ਲੈ ਕੇ ਜਾਣਾ। ਲੈ ਕੇ ਜਾਣਾ। ਕੀ ਰੱਖਿਆ? ਇਹ ਬਿਸਕੁਟ ਹੋ ਗਏ, ਖੂਬਸ ਵਗੈਰਾ ਹੋ ਗਏ, ਰੋਟੀਆਂ। ਰੋਟੀ? ਰੋਟੀ। ਅੱਛਾ। ਤੇ ਸੋਮੀਆਂ, ਬ੍ਰੈਡ। ਅੱਛਾ। ਤੇ ਅਚਾਰ। ਅਚਾਰ ਕਿਹੜਾ? ਪਾਕਿਸਤਾਨੀ? ਪਾਕਿਸਤਾਨੀ। ਵਾਹ ਜੀ, ਲੱਭ ਜਾਂਦਾ ਇੱਥੋਂ? ਪਾਕਿਸਤਾਨੀ ਦੁਕਾਨਾਂ ਤੋਂ ਲੱਭ ਜਾਂਦਾ। ਉੱਥੇ ਹੈ ਨਾ ਪਾਕਿਸਤਾਨੀ ਦੁਕਾਨਾਂ ਸਲੋਨੀਕੀ 'ਚ? ਉਹਨਾਂ ਦੀ ਏਜੰਟਾਂ ਦੀ ਦੁਕਾਨ ਸੀ ਨਾ, ਮਸੇਰਾਂ ਦੀ। ਹਾਂ ਬਸ ਠੀਕ ਹੈ, ਬਹੁਤਾ ਨਹੀਂ। ਨਹੀਂ ਟੈਨਸ਼ਨ ਹੋ ਜਾਂਦਾ ਬੰਦਾ ਇੰਜ। ਹਾਂ ਬਿਲਕੁਲ। ਚਲੋ ਅੱਗੇ। ਤੇ ਉਹਨਾਂ ਕੋਲੋਂ ਸਾਰਾ ਸਮਾਨ ਅਸੀਂ ਲੈ ਕੇ ਨਾ, ਮੈਂ ਮੋਸਟਰ ਵਗੈਰਾ ਵੀ ਮਤਲਬ ਵਾਧੂ ਸਮਾਨ ਅਸੀਂ ਲਿਆ। ਤੇ ਸਾਨੂੰ ਨਾ ਅਗਲੇ ਦਿਨ 10 ਵਜੇ ਉਹ ਲੈ ਗਏ। ਮਾਲ ਗੱਡੀਆਂ ਜਾਂਦੀਆਂ ਨੇ ਉਹ ਮਕਦੋਨੀਆ 'ਚ। ਅੱਛਾ। ਤੋੜ ਜਰਮਨੀ ਤੱਕ ਆਉਂਦੀਆਂ ਨੇ ਉਹ ਮਾਲ ਗੱਡੀ। ਅੱਛਾ ਅੱਛਾ। ਜੀ ਜੀ, ਸਹੀ ਹੈ। ਅਸੀਂ ਮਕਦੋਨੀਆ ਬਾਰਡਰ ਤੇ ਲੈਣਾ ਸੀ। ਅੱਛਾ। ਉੱਥੇ ਮਾਲ ਗੱਡੀ ਦੇ ਵਿੱਚ ਬੈ ਗਏ? ਨਹੀਂ, ਉਹ ਮਾੜੀ ਮੱਠੀ ਹੁੰਦੀ ਹੈ, ਮਤਲਬ ਖਲੋਂਦੀ ਨਹੀਂ, ਸਲੋਨੀਕੀ। ਅੱਛਾ। ਮੱਠੀ ਹੁੰਦੀ ਹੈ ਤੇ ਉੱਤੇ ਲਿਖਿਆ ਹੁੰਦਾ, ਜਿਹੜੀ ਅੱਗੇ ਇੱਧਰ ਮਕਦੋਨੀਆ ਵੱਲ ਨੂੰ ਜਾਂਦੀ ਹੈ। ਹਾਂਜੀ, ਡੱਬਿਆਂ ਤੇ ਲਿਖਿਆ ਹੁੰਦਾ, ਭਰੀ ਹੁੰਦੀ ਹੈ ਨਾ। ਤੇ ਉਹ ਮਾਲ ਗੱਡੀ ਆਈ ਹੈ, ਅਸੀਂ ਸਾਈਡ ਤੇ ਬੈਠੇ ਸਾਂ। ਮਾਲ ਗੱਡੀ ਆਈ ਹੈ, ਚੱਲਦੀ ਹੋਈ ਚ ਅਸੀਂ ਛਾਲਾਂ ਮਾਰੀਆਂ ਉੱਤੇ। ਨਾ ਚੱਲਦੀ ਚ? ਹਾਂਜੀ ਚੱਲ ਮਤਲਬ ਮੱਠੀ। ਮਾਲ ਕਿਸ ਤਰ੍ਹਾਂ ਦਾ ਸੀ? ਕੀ ਵੀ ਵਿੱਚ ਪਿਆ ਦਾ? ਅੰਦਰ ਕੰਟੇਨਰ ਸਨ। ਕੰਟੇਨਰਾਂ ਚ ਵੜ ਗਏ ਤੁਸੀਂ? ਕੰਟੇਨਰਾਂ ਦੇ ਵਿੱਚ ਨਹੀਂ, ਉਹ ਜਿਵੇਂ ਜਗ੍ਹਾ ਬਣੀ ਹੁੰਦੀ ਹੈ ਨਾ, 2 ਡੱਬਿਆਂ ਦੇ ਵਿੱਚ। ਹਾਂਜੀ, ਇੱਕ ਇਹ ਡੱਬਾ, ਇੱਕ ਇਹ ਡੱਬਾ, ਵਿਚਕਾਰ ਥੋੜੀ ਜਗ੍ਹਾ ਹੁੰਦੀ ਹੈ। ਉੱਥੇ ਲਮਕ ਗਏ ਅਸੀਂ। ਮਤਲਬ ਵਾਮ ਵੇਖੇ ਕਿ ਮਤਲਬ ਸਾਰਿਆਂ ਦੇ ਸਾਹਮਣੇ ਹੀ? ਹਾਂ, ਸਾਰੀ ਦੁਨੀਆ ਵੇਖ ਰਹੀ ਹੈ, ਚੱਕਰ ਹੀ ਕੋਈ ਨਹੀਂ। ਅੱਛਾ। ਕੋਈ ਪੁੱਛਣ ਵਾਲਾ ਗੱਲਬਾਤ ਹੀ ਕੋਈ ਨਹੀਂ ਹੈ। ਜਿਉਂ ਅਸੀਂ ਮਤਲਬ ਲੈਣਾ ਸੀ ਨਾ ਜਿੱਥੇ ਬਾਰਡਰ ਤੇ,
ਕਿੰਨੀ ਦੇਰ ਚੱਲੀ ਐ ਦੱਸਿਆ ਕਰੋ ਨਾ, ਕਿੰਨਾ ਸਫ਼ਰ ਸੀ? ਤਕਰੀਬਨ ਅੱਧਾ ਪੌਣਾ ਘੰਟਾ ਚੱਲੀ ਉਹ। ਅੱਛਾ, ਫਿਰ ਕਿੱਥੇ ਆਈ? ਤੇ ਮਕਦੋਨੀਆ ਦੇ ਬਾਰਡਰ ਤੇ ਥੋੜੀ ਮੱਠੀ ਹੋਈ ਹੈ, ਜ਼ਿਆਦਾ ਨਹੀਂ। ਉੱਥੋਂ ਅਸੀਂ ਬੈਗ ਸੁੱਟੇ ਨੇ ਤੇ ਬੜੀ ਦੂਰ ਜਾ ਕੇ ਅਸੀਂ ਆਪ ਲੱਥੇ ਆ। ਮਤਲਬ ਬੈਗ ਪਹਿਲਾਂ ਸੁੱਟ ਖੜੇ ਤੁਸੀਂ? ਪਹਿਲਾਂ ਤੇ ਬੈਗ ਲੱਭ ਗਏ ਹਨ ਪਿੱਛੇ ਆ ਕੇ? ਆਹੋ, ਪਿੱਛੇ ਕੋਈ ਵੀ ਨਹੀਂ ਸੀ ਹੈ। ਮਤਲਬ ਮਕਦੋਨੀਆ ਵੜ ਗਏ ਹੋ ਜਾਂ ਮਕਦੋਨੀਆ ਤੋਂ ਪਹਿਲਾਂ ਹੀ ਤੁਸੀਂ ਉਤਰ ਗਏ? ਮਕਦੋਨੀਆ ਤੋਂ ਪਹਿਲਾਂ, ਤੇ ਮਕਦੋਨੀਆ ਤੇ ਫਿਰ ਹੋਰ ਪਾਸੇ ਵੜਨਾ ਸੀ ਨਾ ਉੱਥੋਂ, ਤੇ ਤੁਹਾਨੂੰ ਪਤਾ ਗੱਲ ਹੈ ਉਹਨਾਂ ਨੇ ਟ੍ਰੇਨ ਚੈੱਕ ਕਰਦੇ ਨੇ ਉੱਥੇ ਉਹ? ਹਾਂ, ਹਰ ਬਾਰਡਰ ਤੇ ਐਮੀਗ੍ਰੇਸ਼ਨ ਤੇ ਚੈੱਕ। ਅੱਛਾ, ਨਹੀਂ ਮੈਂ ਸੁਣੇ ਵੇਖਿਆ ਵੀ ਇਹ ਖਬਰਾਂ 'ਚ ਦੱਸਦੇ ਨੇ ਕਿ ਉੱਥੇ ਹੁਣ ਉਹਨਾਂ ਨੇ ਬਾੜ ਲਾਈ ਏ, ਐਦੀ ਲੋਹੇ ਦੀ ਤਾਰਾਂ ਲਾਈਆਂ ਨੇ ਉਹ। ਬਿਲਕੁਲ ਹਾਂਜੀ ਹੈ। ਅੱਛਾ, ਤੇ ਫਿਰ ਕਿਸ ਤਰ੍ਹਾਂ ਅੱਗੋਂ ਸੁਣਾਓ ਜੀ? ਅੱਗੋਂ ਅਸੀਂ ਛਾਲਾਂ ਮਾਰੀਆਂ ਕਿਸੇ ਦੇ, ਮਤਲਬ ਗੋਡੇ ਛਿੱਲੇ ਗਏ, ਨੁਕਸਾਨ ਤੇ ਹੋਇਆ ਲੇਕਿਨ ਫਿਰ ਹੁੰਦਾ ਹੈ ਤੇ ਚੀਜ਼ਾਂ ਇੰਨਾ ਕੁ ਚੱਲਦਾ, ਬਾਕੀ ਨਹੀਂ ਟੈਨਸ਼ਨ ਨਹੀਂ ਅਸੀਂ ਲਈ ਆ। ਮਤਲਬ ਇੰਨਾ ਮਾਮੂਲੀ। ਉਹ ਜਿੱਥੇ ਛਾਲਾਂ ਮਾਰੀਆਂ ਨੇ ਉਹ ਬਜਰੀ ਇਲਾਕਾ ਸੀ, ਬੱਜਰ। ਤੇ ਉੱਥੋਂ ਅਸੀਂ ਉਹਨਾਂ ਦੀ ਜੰਟਾ ਦੀ ਸੇਫ 'ਚ ਗਏ ਆ। ਜੰਟਾ ਦੀ ਸੇਫ ਵੀ ਸੇਫ ਬਣਾਈ ਉਹਨਾਂ ਨੇ? ਉਹ ਜੰਗਲ 'ਚ ਉਹਨਾਂ ਸੇਫ ਬਣਾਈ ਹੈ, ਜਦੋਂ ਉੱਥੇ ਪੁਲਿਸ ਵੀ ਨਹੀਂ ਆ ਸਕਦੀ ਹੈ, ਉਹ ਜਗ੍ਹਾ 'ਚ ਜਾ ਕੇ ਬਣਾਈਏ। ਨਹਿਰ ਦੇ ਮਤਲਬ ਥਰਲੀ ਸਾਈਡ ਤੇ ਉੱਥੇ ਗੱਡੀ ਨਹੀਂ ਜਾ ਸਕਦੀ, ਸਿਰਫ ਪੈਦਲ ਅਸੀਂ ਜਾ ਸਕਦੇ ਹਾਂ। ਉੱਥੇ ਅਸੀਂ ਸੇਫ 'ਚ ਗਏ ਆ। ਸੇਫ ਤੋਂ ਉਹਨਾਂ ਰਾਤ ਨੂੰ ਕੱਢਿਆ ਸਾਨੂੰ ਨਾ। ਰਾਤ ਨੂੰ ਉਸ ਦਿਨ ਨਾ ਬਾਰਿਸ਼ ਹੋ ਪਈ। ਓਏ ਹੋਏ, ਅੱਛਾ। ਤੇ ਉਹ ਪੁੱਲ ਸੀ, ਮਤਲਬ ਕੀ ਨਾਲ ਥੱਲੇ ਬਣਾਇਆ ਤੁਸੀਂ ਨਾ, ਟ੍ਰੇਨ ਲੰਘਦੀ ਸੀ ਉੱਤੋਂ ਤੇ ਥੱਲੇ ਪੁੱਲ ਸੀ, ਤੇ ਪੁੱਲ ਦੇ ਵਿੱਚੋਂ ਇੰਨੀ ਕੁ ਜਗ੍ਹਾ ਸੀ, ਮਤਲਬ ਬੰਦਾ ਅੰਦਰ ਪੈ ਸਕਦਾ ਸੀ, ਬਾਰਿਸ਼ 'ਚ ਬਚ ਸਕਦਾ ਸੀ ਥੋੜਾ ਜਿਹਾ। ਕਿੰਨੇ ਬਚ ਸਕਦਾ ਸੀ? ਇੱਕ ਹੀ ਕਿ ਸਾਰੇ ਹੀ? ਅਸੀਂ ਉੱਥੇ ਰੋਜ਼ ਦੇ ਤਕਰੀਬਨ 100-150 ਬੰਦਾ ਇਕੱਠਾ ਹੋ ਜਾਂਦਾ ਫਿਰ ਰੋਜ਼? ਹਾਂਜੀ, ਰੋਜ਼ ਨਿਕਲਦੀ ਹੈ ਗੇਮਾਂ ਉੱਥੋਂ। 100-150 ਬੰਦਾ ਉੱਥੇ ਇਕੱਠਾ ਹੁੰਦਾ ਹੈ? ਹਾਂਜੀ। ਤੇ ਪੁਲਿਸ ਵਾਲਿਆਂ ਨੂੰ ਪਤਾ ਨਹੀਂ ਲੱਗਦਾ? ਪੁਲਿਸ ਆਂਦੀ ਹੈ, ਫਿਰ ਨੱਸ ਜਾਂਦੇ ਨੇ। ਜੰਗਲ ਹੈ, ਪਹਾੜੀ ਇਲਾਕਾ ਹੈ ਸਾਰਾ। ਅੱਛਾ। ਖਾਰੇ ਹੋਟਲ ਤੇ। ਅੱਛਾ, ਤੇ ਫਿਰ ਕਿੰਨੀ ਦੇਰ ਉੱਥੇ ਰਹੇ? ਫਿਰ ਕੀ ਹਿਸਾਬ? ਉੱਥੇ ਰਾਤ ਨੂੰ 12 ਵਜੇ ਬਾਰਿਸ਼ ਹਟੀ ਹੈ ਤੇ 2 ਵਜੇ ਉੱਥੋਂ ਨਿਕਲੇ ਆ ਤਕਰੀਬਨ। ਰੋਟੀ ਦਾ ਕੀ ਪ੍ਰੋਗਰਾਮ ਸੀ? ਰੋਟੀ ਦਾ ਨਹੀਂ ਦੱਸਿਆ? ਰੋਟੀ ਲੈ ਕੇ ਆਏ ਸਾਂ, ਉਹਦੇ ਨਾਲ ਗੁਜ਼ਾਰਾ ਉੱਥੋਂ ਸ਼ੁਰੂ ਕਰ। ਟ੍ਰੇਨ ਦੇ ਜਦੋਂ ਬੈਠੇ ਉਦੋਂ ਵੀ ਖਾਧੀ ਜਾਂ ਅੱਗੇ ਆ ਕੇ ਖਾਧੀ? ਟ੍ਰੇਨ ਪਹਿਲੇ ਸਲੋਨੀਕੀ ਹੀ ਖਾਧੀ ਸੀ, ਫਿਰ ਜਾਂ ਉੱਥੇ ਤਕਰੀਬਨ ਮਕਦੋਨੀਆ ਦਾ ਬਾਰਡਰ ਪਾਰ ਕੀਤਾ। ਅੱਛਾ, ਫਿਰ ਅੱਗੇ ਜਾ ਕੇ ਜਿੱਥੇ ਉਸੇ ਰਾਤ ਬਾਰਡਰ ਪਾਰ ਕਰ ਲਿਆ ਕੋ? ਮੈਂ ਕਹਿੰਦਾ ਇੱਕ ਦਿਨ 'ਚ ਹੀ ਅਸੀਂ ਉੱਥੇ ਪੁਆਇੰਟ ਤੇ ਲੱਗ ਗਏ ਸਾਂ ਜਿੱਥੇ ਟੈਕਸੀ 'ਚ ਬਹਿਣਾ ਸੀ। ਅੱਛਾ, ਬਾਰਡਰ ਪਾਰ ਕਰਕੇ ਜੀ? ਅੱਛਾ। ਉਹ ਫਿਰ ਸਾਡਾ ਡੈਂਕਰ ਸੀ ਨਾ, ਉਹ ਪੀਂਦਾ ਸੀ ਚਰਸ। ਬਾਰਡਰ ਕਿੰਜ ਪਾਰ ਕੀਤਾ ਤੇ ਦੱਸੋ ਨਾ ਜਨਾਬ। ਬਾਰਡਰ ਮਤਲਬ ਕਿਸ ਤਰ੍ਹਾਂ ਦਾ ਸੀ? ਕੋਈ ਤਾਰਾਂ ਤੁਰਾਂ ਨਹੀਂ ਸੀ ਲੱਗੀਆਂ, ਓਪਨ ਹੀ ਸੀ। ਅੱਛਾ। ਸਿਰਫ ਤਾਰਾਂ ਉਹਨਾਂ ਉੱਥੇ ਲਾਈਆਂ ਨੇ ਜਿੱਥੋਂ ਕਿ ਅਸੀਂ ਉਧਰੋਂ ਨਾ ਵੜ ਸਕੀਏ। ਅੱਛਾ, ਮਤਲਬ ਅਸੀਂ ਘੁੰਮ ਕੇ ਆ ਕੇ ਫਿਰ ਵੜਨੇ ਸਾਂ ਪਿੰਡ ਥਾਣੀ ਹੋ ਕੇ। ਅੱਛਾ। ਤੇ ਬਾਰਡਰ ਪਾਰ ਕੀਤਾ, ਸਾਰੀ ਰਾਤ ਚੱਲਦੇ ਰਹੇ। ਹਾਂ, ਇਹ ਦੱਸਿਆ ਕਰੋ ਨਾ। ਤੇ ਸਾਰਾ ਤਕਰੀਬਨ ਅਸੀਂ 20-22 ਘੰਟੇ ਟੁਰੇ ਆ ਤੇ ਪਹਿਲੇ ਦਿਨ ਹੀ ਪੁਆਇੰਟ ਤੇ ਲੱਗ ਗਏ। ਚੀਜ਼ ਜ਼ਰੂਰ ਦੱਸਿਆ ਕਰ, ਟੁਰਨਾ ਕਿੰਨਾ ਹੈ, ਰੋਟੀ ਕਿਤੇ ਖਾਧੀ। ਸਾਡਾ ਮਕਸਦ ਵੀਡੀਓ ਬਣਾਉਣ ਦਾ ਤੇ ਇਹ ਹੀ ਹੈ ਕਿ ਜਿਹੜੇ ਪਾਕਿਸਤਾਨ ਜ਼ੇਨ ਬਣਾ ਕੇ ਬੈਠੇ ਨੇ ਜ਼ਰਾ ਭੁੱਖ ਵੇਖਣ ਤੇ ਛੱਡਿਆ ਨਾ ਕਰ ਚੀਜ਼ਾਂ, ਇਹ ਜ਼ਰੂਰੀ ਹੈ। ਅਸੀਂ ਰੋਟੀ 20-22 ਘੰਟੇ ਟੁਰੇ ਆ ਨਾ, ਅਸੀਂ ਰੋਟੀ ਕਿਧਰੇ ਨਹੀਂ ਰਾਹ 'ਚ ਖਾਧੀ। ਹੈ ਨਹੀਂ ਕੋਲ ਵਾਧੂ ਮਾਲ ਸੀਗੇ, ਟੈਨਸ਼ਨ ਨਹੀਂ ਹੈ। ਮੈਂ ਕਹਿੰਦਾ ਮੋਸਟਰ ਵੀ ਹੈਲ ਵੀ ਉਵੇਂ ਹੀ ਪੁਆਇੰਟ ਤੇ ਪਹੁੰਚ ਗਏ ਆ। ਤੇ ਬੁੱਕਲ ਮਾਰੀ ਸੀ ਜਿਹੜੀਆਂ ਨੇ? ਬੁੱਕਲ ਮੈਂ ਮਾਰੀ ਸੀ, ਮੈਂ ਤੁਹਾਨੂੰ ਤਸਵੀਰ ਵੀ ਦਾਂਗਾ। ਬੁੱਕਲ ਵਾਲੀ ਇੱਕ ਤਸਵੀਰ ਕੱਲ ਮੈਨੂੰ ਉਹਨੇ ਸੈਂਡ ਕੀਤੀ ਹੈ ਤੁਹਾਨੂੰ, ਬਿਲਕੁਲ ਥੱਲੇ ਨਾ ਤੋੜ। ਮੈਂ ਗ੍ਰੀਸ ਤੋਂ ਲੈ ਕੇ ਇਟਲੀ ਤੱਕ ਬੁੱਕਲ ਮਾਰ ਕੇ ਆਇਆ, ਯਕੀਨ ਕਰੋ ਉਹੀ ਚਾਦਰ ਮੈਂ ਇੱਥੇ ਇਟਲੀ ਆ ਕੇ ਟੂਰਿਸਟ ਆ ਕੇ ਸੁੱਟੀ ਜੀ। ਉਹ ਵੀ ਮੇਰਾ ਦਿਲ ਨਹੀਂ ਸੀ ਨਹੀਂ ਮੈਂ ਸੁੱਟਣੀ ਨਹੀਂ ਸੀ, ਉਹ ਭਿੱਜ ਗਈ ਸੀ। ਬਾਰਿਸ਼ ਹੋ ਰਹੀ ਸੀ ਨਾ, ਮਤਲਬ ਜਦੋਂ ਪਹੁੰਚਿਆ ਇੱਥੇ। ਅੱਛਾ ਜੀ, ਫਿਰ ਬਾਰਡਰ ਪਾਰ ਕੀਤਾ? ਫਿਰ ਬਾਰਡਰ ਪਾਰ ਕੀਤਾ, ਮਤਲਬ ਟੁਰੇ ਆ ਤਕਰੀਬਨ 20-22 ਘੰਟੇ ਟੁਰੇ ਆ ਨਾ। ਤੇ ਫਿਰ ਜਾ ਕੇ ਜਿੱਥੇ ਉਹਨੇ ਪਵਾਇਆ ਨਾ, ਡੈਂਕਰ ਸੀ, ਚਰਸ ਪੀਂਦਾ ਸੀ, ਵਾਹ ਪੰਨੀ ਲਾਂਦਾ ਸੀ। ਹਾਂ, ਪਾਕਿਸਤਾਨੀ। ਅੱਛਾ, ਬਹੁਤ ਅੱਛਾ ਸੀ, ਐਂ ਬੰਦਾ ਕੋਈ ਨਾਈਸ। ਉਹ ਪੰਨੀ ਲਾ ਕੇ ਸੋ ਗਿਆ, ਉਤੋਂ ਟੈਕਸੀ ਵਾਲਾ ਫੋਨ ਕਰੇ। ਅੱਛਾ, ਤੇ ਆਵਾਜ਼ਾਂ ਮਾਰੇ, ਮਤਲਬ ਸਾਰਾ ਦਿਹਾੜੀ ਅਸੀਂ ਸੁੱਤੇ ਰਹੇ, ਸਾਰਾ ਦਿਹਾੜੀ। ਉਹ ਟੈਕਸੀ ਵਾਲਾ ਜੰਗਲ ਦੇ ਵਿੱਚ, ਬਾਗ ਸੀ ਕੋਈ ਕੀ ਸੀ ਨਾ, ਜੰਗਲ ਸੀ, ਮਤਲਬ ਜਗ੍ਹਾ ਬਣਾ ਲਈ ਰੋਡ ਦੇ ਕੋਲ ਕਰਕੇ। ਬਿਲਕੁਲ ਨਹੀਂ, ਰੋਡ ਤੋਂ ਹਟਾਵਾਂ ਸੁਣਿਆ ਨਾ, ਰੋਡ ਤੇ ਉਂਝ ਵੀ ਸ਼ੱਕ ਹੋ ਜਾਂਦਾ, ਤੁਹਾਨੂੰ ਪਤਾ ਜਦੋਂ ਬੰਦਾ ਚੜਦਾ ਤੇ ਨਿਸ਼ਾਨੀ ਰਹਿ ਜਾਂਦੀ ਹੈ, ਇਸ ਕਰਕੇ।
ਉਹ ਫਿਰ ਟੈਕਸੀ ਲੋਕੇਸ਼ਨ ਦਿੱਤੀ ਸੀ ਨਾ, ਉਹ ਟੈਕਸੀ ਵਾਲਾ ਐਵੇਂ ਚੱਕਰ ਕੱਟਦਾ ਰਿਹਾ, ਫੋਨ ਕਰਦਾ ਰਿਹਾ ਸਾਰਾ ਦਿਹਾੜੀ। ਉਹ ਸ਼ਾਮ ਨੂੰ ਟੈਕਸੀ ਵੀ ਫੜੀ ਗਈ, ਉਹ ਜਿਹੜੇ ਚੱਕਰ ਕੱਟ ਰਹੀ ਉਹ ਸੀ। ਕੌਣ ਸੀ ਟੈਕਸੀ ਵਾਲਾ? ਉੱਥੋਂ ਦਾ ਬੰਦਾ ਸੀ? ਲਵਾਨਾ ਸੀ, ਉਹ ਲਵਾਨੇ ਚੁੱਕਦੇ ਨੇ। ਅਲਬਾਨੀਆ ਦਾ? ਅੱਛਾ। ਮੇਰੀ ਉਮਰ ਦੇ, ਮੇਰੇ ਤੋਂ ਛੋਟੇ ਉਮਰ ਦੇ ਇਤਨੀ ਤੇਜ਼ ਗੱਡੀ ਚਲਾਉਂਦੇ, ਮੈਂ ਦੱਸਣਾ ਤੁਹਾਨੂੰ ਅੱਗੇ ਜਦੋਂ ਗੱਡੀ ਚਲਾਵਾਂਗੇ ਨਾ। ਤੇ ਉਹ ਗੱਡੀ ਫੜੀ ਗਈ, ਉੱਥੋਂ ਅਸੀਂ ਆਪਣਾ ਚੁੱਕਿਆ, ਆਪਣਾ ਸਾਰਾ ਸਮਾਨ ਪਾਇਆ। ਅੱਧਾ ਸਮਾਨ ਅਸੀਂ ਸੁੱਟਤਾ ਸੀ, ਅੱਧਾ ਬੈਗ 'ਚ ਹੀ ਸੀ। ਮਤਲਬ ਗੱਡੀ 'ਚ ਕਿੰਜ ਬੈਠੇ? ਕੀ ਸੀ? ਗੱਡੀ 'ਚ ਨਹੀਂ ਸੀ ਬੈਠਿਆ, ਫਿਰ ਪੁਆਇੰਟ ਚੇਂਜ ਕੀਤਾ। ਪੁਲਿਸ ਪੈ ਗਈ ਸੀ? ਹਾਂਜੀ। ਅੱਛਾ ਅੱਛਾ ਅੱਛਾ। ਫਿਰ ਆਲਟੀਆਂ ਵਾਲਾ ਪੁਆਇੰਟ ਹੈ, ਮਤਲਬ ਉੱਥੋਂ ਅਸੀਂ 2-3 ਦਿਨ ਲਗਾਤਾਰ ਟੁਰੇ ਹਾਂ। ਹੋਰ 2-3 ਦਿਨ ਲਗਾਤਾਰ ਟੁਰੇ? ਹਾਂਜੀ ਟੁਰੇ। ਅਗਾਂ ਨੂੰ ਜਾ ਰਹੇ ਸੋ? ਅੱਗੇ ਹੀ ਜਾ ਰਹੇ ਸਾਂ, ਕਿਉਂਕਿ ਸਖਤੀ ਮਕਦੋਨੀਆ 'ਚ ਬੜੀ ਹੋ ਗਈ ਹੈ ਹੁਣ। ਤੇ ਉਹ 2-3 ਦਿਨ ਟੁਰੇ ਹਾਂ ਤੇ ਅੱਗੇ ਮਤਲਬ ਮਕਦੋਨੀਆ 'ਚ ਬਾਰਿਸ਼ ਬਹੁਤ ਜ਼ਿਆਦਾ ਹੁੰਦੀ ਹੈ। ਫਿਰ ਕੱਪੜੇ ਵੀ ਭਿੱਜ ਗਏ, ਜਿਹਦੇ ਵਿੱਚ ਬਰਸਾਤੀਆਂ ਸੀ ਲੈ ਕੇ ਆਏ ਸਾਂ, ਉਹ ਲੇਟਣ ਵਾਲੀਆਂ, ਉਹ ਵੀ ਭਿੱਜ ਗਈਆਂ। ਸਾਰਾ ਨਿਜ਼ਾਮ ਜਿਹੜਾ ਵਿੱਚ ਵੜ ਕੇ ਤੁਸੀਂ ਬੰਦ ਕਰਕੇ ਬਿਲਕੁਲ ਸੌਣ ਵਾਲਾ, ਉਹ ਬੜਾ ਜ਼ਬਰਦਸਤ ਸਿਸਟਮ, ਬੜਾ ਜ਼ਬਰਦਸਤ ਸੀ। ਉਹ ਹੈ ਹਨ ਕੋਲ? ਉਹ ਤੇ ਅਸੀਂ ਮਾਰ ਫੇਰੇ ਲੈ ਕੇ ਆਇਆ। ਅੱਛਾ। ਤੇ ਉਹ ਵੀ ਭਿੱਜ ਗਏ। ਤੇ ਚਾਦਰ ਸੀ, ਚਾਦਰ ਮੈਂ ਬੈਗ 'ਚ ਪਾਈ ਰੱਖੀ, ਮੈਂ ਕਿਹਾ ਇਹ ਨਹੀਂ ਭਿੱਜਣ ਦੇਣੀ, ਇਹ ਇਟਲੀ ਲੈ ਕੇ ਜਾਣੀ। ਅੱਛਾ ਅੱਛਾ। ਤੇ ਅਸੀਂ ਮਤਲਬ 2-3 ਦਿਨ ਟੁਰੇ ਆ ਪੈਦਲ। ਤੇ ਜਾ ਕੇ ਰੋਟੀ ਦਾ ਵੀ ਇੰਨਾ ਨਿਜ਼ਾਮ ਨਹੀਂ ਸੀ ਆਇਆ, ਅਸੀਂ ਸੁੱਟ ਦਿੱਤੀ ਸੀ, ਖਰਾਬ ਹੋ ਗਈ ਸੀ ਬਾਰਿਸ਼ ਦੀ ਵਜ੍ਹਾ ਨਾਲ, ਬੈਗ ਗਿੱਲੇ ਹੋ ਗਏ ਸਨ। ਤੇ ਉਹ ਆਪਣਾ ਉਹ ਪੁਲੀ ਨਹੀਂ ਹੁੰਦੀ ਜਿਹੜੀ ਅਕਸਰ ਨਹਿਰਾਂ ਦੇ ਨਾਲ ਲੱਗੀ ਹੁੰਦੀ ਹੈ ਪਾਣੀ ਕੱਢਣ ਵਾਸਤੇ, ਉਹਦੇ ਰੋਡ ਦੇ ਥੱਲੇ ਲੱਗੀ ਸੀ। ਉੱਥੇ ਅਸੀਂ ਬਾਰਿਸ਼ 'ਚ ਰੈਸਟ ਕੀਤਾ। ਬਾਰਿਸ਼ ਦੇ ਵਿੱਚ ਗੱਡੀ ਆਈ ਹੈ ਵੱਡੀ ਓਡੀ। ਅੱਛਾ। ਤੇ ਉਹਨੇ ਆ ਕੇ ਕਿੰਨੇ ਦਿਨਾਂ ਬਾਅਦ ਆਈ ਸੀ ਗੱਡੀ? ਗੱਡੀ ਅਗਲੇ ਦਿਨ ਹੀ ਆ ਗਈ ਸੀ। ਨਹੀਂ, ਬਾਹਰ ਕਿੰਨੇ ਦਿਨ ਹੋ ਗਏ ਹਨ ਸੌਂਦਿਆਂ ਹੋ ਗਏ ਸਨ? 4-5 ਦਿਨ ਹੋ ਗਏ। 4-5 ਦਿਨ? ਬਿਲਕੁਲ। ਜੰਗਲ 'ਚ ਹੀ ਸੌਂਦਿਆਂ। ਤੇ ਗੱਡੀ ਆਈ ਹੈ ਓਡੀ, ਉਹਨੇ ਕਿਹਾ 12 ਬੰਦੇ ਤਿਆਰ ਹੋਈਓ। ਉਹਨਾਂ ਡਿੰਕਰ ਨੇ ਕਿੰਨੇ ਹੋ ਤੁਸੀਂ ਟੋਟਲ ਅਸੀਂ ਆਏ ਸਾਂ 27-28 ਸਾਂ। ਤੇ ਅਸੀਂ 12 ਬੰਦੇ ਤਿਆਰ ਹੋਏ। ਅਸੀਂ ਜਿਹੜੇ 5 ਜਣੇ ਸਨ ਤੇ 4 ਅਸੀਂ ਹੋ ਗਏ ਨਾ, ਇੱਕ ਪਿੱਛੇ ਉਹ ਕਹਿੰਦਾ ਅਗਲੀ 'ਚ ਆਏਗਾ। ਅਗਲੀ 'ਚ? ਬਿਲਕੁਲ। ਅੱਛਾ। ਅਸੀਂ ਗੱਡੀ 'ਚ ਬੈਠੇ ਹਾਂ 12 ਤੇ ਇਤਨੀ ਤੇਜ਼ ਗੱਡੀ ਚੱਲਦੀ ਸੀ ਕਿ ਗੱਡੀ ਦਾ ਨਹੀਂ ਸੀ ਪਤਾ ਲੱਗਦਾ। 4 ਡਿੱਕੀ 'ਚ ਸਨ, ਬਕਾਇਆ ਪਿੱਛੇ ਸਨ, ਇੱਕ ਫਰੈਂਡ ਤੇ 2 ਜਣੇ ਆਏ ਸਨ। ਉਹ ਇੱਕ ਮੇਰੀ ਉਮਰ ਦਾ ਸੀ ਡਰਾਈਵਰ। ਤੇ ਗੱਡੀ ਦਾ ਪਤਾ ਨਹੀਂ ਸੀ ਚੱਲਦਾ ਕਿ ਇਵੇਂ ਡਰ ਰਹਿੰਦਾ ਸੀ, ਹੁਣ ਉਲਟੀ ਤੇ ਹੁਣ ਉਲਟੀ। ਫੁੱਲ ਤੇਜ਼ ਚਲਾਉਂਦਾ ਹੋਣਾ? ਮੈਂ ਕਹਿੰਦਾ 200 ਤੇ ਵੀ ਸਪੀਡ ਉੱਤੇ ਜਾ ਰਹੀ ਸੀ। ਤੂੰ ਅੱਗੇ ਬੈਠਾ ਹੈ ਕਿ ਡਿੱਕੀ ਦੇ ਵਿੱਚ? ਨਹੀਂ, ਮੈਂ ਅੱਗੇ ਬੈਠਾ। ਮਤਲਬ ਬਚਤ ਹੋ ਗਈ ਨਾ? ਬਚਤ ਡਿੱਕੀ ਵਾਲੇ ਸਗੋਂ ਜਿਹੜੇ ਛੋਟੇ ਕੱਦ ਵਾਲੇ ਹੁੰਦੇ ਨੇ ਉਹਨਾਂ ਨੂੰ ਸੁਣਿਆ ਡਿੱਕੀ ਵਿੱਚ ਪਾਉਂਦੇ ਨੇ। ਨਹੀਂ, ਡਿੱਕੀ 'ਚ ਤੇ ਡਿੱਕੀ 'ਚ ਵੀ ਠੀਕ ਰਹਿੰਦਾ। ਮੈਂ ਡਿੱਕੀ 'ਚ ਵੀ ਆਇਆ ਕਿੰਨੇ ਰਸਤਿਆਂ 'ਚ। ਤੇ ਉੱਥੇ ਤਕਰੀਬਨ ਅੱਧਾ ਘੰਟਾ ਗੱਡੀ ਚੱਲੀ ਹੈ ਤੇ ਉੱਥੇ ਮਾਮੇ ਲੱਗ ਗਏ ਪਿੱਛੇ। ਪੁਲਿਸ ਮਾਮੇ ਨੂੰ ਪਤਾ ਲੱਗ ਗਿਆ? ਉਹਨਾਂ ਨੂੰ ਸ਼ੱਕ ਪੈ ਜਾਂਦਾ। ਉਹ ਸਾਲੇ ਉਹਨਾਂ ਨੂੰ ਕੋਈ ਕੰਮ ਨਹੀਂ ਹੈ।